हाँ जी राजे, BA पार्ट 3 मैथमैटिक्स ਅਤੇ BSc 3 नॉन मैडिकल ਦੇ स्टूडेंट्स ਆਪਾਂ ਨੇ डिस्क्रीट मैथमैटिक्स ਦੀ ਬੁੱਕ ਦੇ ਵਿੱਚੋਂ ਰਿਲੇਸ਼ਨ ਵਾਲਾ ਚੈਪਟਰ ਸਟਾਰਟ ਕੀਤਾ ਸੀ। ਇਹਦੀ ਪਹਿਲੀ ਵੀਡੀਓ ਆਪਾਂ ਨੇ ਫਸਟ ਲੈਕਚਰ ਬਣਾ ਲਿਆ ਸੀ, ਜਿਹਦੇ ਵਿੱਚ ਆਪਾਂ ਨੇ ਰਿਲੇਸ਼ਨ ਕੀ ਹੁੰਦਾ, ਟ੍ਰਾਂਸਟਿਵ ਰਿਲੇਸ਼ਨ, ਸਿਮੈਟ੍ਰਿਕ ਰਿਲੇਸ਼ਨ, ਐਂਟੀ ਸਿਮੈਟ੍ਰਿਕ, ਰਿਫਲੈਕਸਿਵ, ਇਰਰਿਫਲੈਕਸਿਵ, ਇਕੁਇਵੈਲੈਂਸ, ਪਾਰਸ਼ਲ ਆਰਡਰ ਰਿਲੇਸ਼ਨ, यूनिवर्सल रिलेशन, कंपैटिबल रिलेशन, काफ़ी ज़्यादा डेफिनेशन वर्क किया सी। ਇਹਦੇ ਨਾਲ ਦੀਆਂ एग्जाम्पल्स कीतियां सी। ਅੱਜ ਆਪਾਂ ਇਹਦੇ ਉੱਪਰ ਸੈਕੰਡ ਲੈਕਚਰ ਲਗਾਉਣ ਜਾ ਰਹੇ ਹਾਂ। ਜਿਹੜੇ ਸਟੂਡੈਂਟ ਪ੍ਰੀਵੀਅਸ ਕਲਾਸ ਦੇ ਵਿੱਚ ਨਹੀਂ ਆਏ ਤਾਂ ਆਪਣੀ ਫਸਟ ਲੈਕਚਰ ਦੀ ਵੀਡੀਓ ਨੂੰ ਮਿਸ ਨਾ ਕਰਿਓ, ਧਿਆਨ ਨਾਲ ਕਵਰ ਅਪ ਕਰ ਲਿਓ। ਪਹਿਲੀ ਗੱਲ ਤਾਂ ਇਹ ਤੁਹਾਡਾ ਪੁਰਾਣਾ ਸਿਲੇਬਸ ਹੀ ਹੈ, +1 +2 ਤੋਂ ਤੁਸੀਂ ਪੜ੍ਹਦੇ ਆ ਰਹੇ ਹੋ, ਸੋ ਤੁਹਾਨੂੰ ਕਾਫੀ ਹੱਦ ਤੱਕ ਆਉਂਦਾ ਆ। ਆਪਾਂ ਜਸਟ ਇਹਨੂੰ ਰਿਵਾਈਜ਼ ਕਰ ਰਹੇ ਹਾਂ। ਇਹਦੀ ਫਸਟ ਐਕਸਰਸਾਈਜ਼ ਆਪਾਂ ਨੇ ਕਰ ਲਈ ਸੀ। ਇਨਵਰਸ ਰਿਲੇਸ਼ਨ ਕੀ ਹੈ ਸਾਰੇ ਹੋ ਗਏ ਸੀ ਆਪਣੇ। ਦੇਖੋ ਜਿਵੇਂ ਆਹ ਕੁਐਸਚਨ ਆ ਗਿਆ ਫਸਟ ਐਕਸਰਸਾਈਜ਼ ਦੇ ਵਿੱਚੋਂ ਹੀ, ਇਹ ਮੈਂ ਵੈਸੇ ਹੀ ਕਰਵਾ ਦਿੰਦਾ। ਕਹਿੰਦਾ ਜੀ ਡਿਫਾਈਨ ਕਰੋ ਰਿਲੇਸ਼ਨ ਕੀ ਹੁੰਦਾ ਅਤੇ ਇਕੁਇਵੈਲੈਂਸ ਰਿਲੇਸ਼ਨ ਕੀ ਹੁੰਦਾ। ਦੋ ਤਾਂ ਡੈਫੀਨੇਸ਼ਨਾਂ ਦੇਣੀਆਂ ਨੇ। ਤੀਜੇ ਨੰਬਰ ਤੇ ਕੀ ਆ ਗਿਆ, ਰਿਲੇਸ਼ਨ ਹੈ ਜਿਹੜਾ ਨੈਚੁਰਲ ਨੰਬਰਸ ਵਾਲਾ ਰਿਲੇਸ਼ਨ ਆ, n ਕ੍ਰੋਸ n ਆ, ਇਹਦੀ ਡੋਮੇਨ ਦੇ ਵਿੱਚ ਵੀ ਨੈਚੁਰਲ ਨੰਬਰਸ ਨੇ ਅਤੇ ਰੇਂਜ ਦੇ ਵਿੱਚ ਵੀ ਨੈਚੁਰਲ ਨੰਬਰਸ ਨੇ। ਇਹ ਐਦਾਂ ਡਿਫਾਈਨਡ ਕੀਤਾ ਗਿਆ, ਡਿਫਾਈਨਡ ਐਜ਼ ਕਹਿ ਲਓ ਐਦਾਂ ਦਾ ਰਿਲੇਸ਼ਨ ਹੈ ਕਿ A ਅਤੇ B ਦਾ ਰਿਲੇਸ਼ਨ ਤਾਂ ਹੋਏਗਾ ਜੇ 5 ਡਿਵਾਈਡ ਕਰਦਾ B ਮਾਈਨਸ A ਨੂੰ, ਜੇ 5 ਡਿਵਾਈਡ ਕਰ ਰਿਹਾ ਸੈਕੰਡ ਮਾਈਨਸ ਫਸਟ ਐਲੀਮੈਂਟ ਨੂੰ, ਤਾਂ ਉਹਨਾਂ ਦੋਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਹੈ। ਸਭ ਤੋਂ ਪਹਿਲਾਂ ਤਾਂ ਰਿਲੇਸ਼ਨ ਕੀ ਹੁੰਦਾ ਇਹਦੇ ਬਾਰੇ ਦੱਸਤਾ ਆਪਾਂ ਨੇ, ਰਿਲੇਸ਼ਨ ਦੀ ਡੈਫੀਨੇਸ਼ਨ ਦੱਸਤੀ ਆਪਾਂ ਨੇ, ਠੀਕ ਹੈ। ਇਹ ਤੁਸੀਂ ਸਾਰਾ ਤੁਹਾਡੇ ਲੈਵਲ ਦਾ ਕੰਮ ਆ। ਰਿਫਲੈਕਸਿਵ ਹੈ, ਸਿਮੈਟ੍ਰਿਕ ਅਤੇ ਟ੍ਰਾਂਸਟਿਵ ਰਿਲੇਸ਼ਨ ਜਿਹੜਾ ਹੁੰਦਾ ਉਹਨੂੰ ਇਕੁਇਵੈਲੈਂਸ ਕਹਿੰਦੇ ਆ। ਰਿਲੇਸ਼ਨ ਕੀ ਹੁੰਦਾ, ਕਲੈਕਸ਼ਨ ਆਫ ਆਲ ਪੋਸੀਬਲ ਰਿਲੇਸ਼ਨ ਦੇ ਵਿੱਚੋਂ A ਕ੍ਰੋਸ B ਦੇ ਵਿੱਚੋਂ ਕੁਛ ਨਾ ਕੋਈ ਸਬਸੈਟ ਆ ਜਿਹੜਾ A ਅਤੇ B ਦੇ ਵਿੱਚ ਆਪਸ ਦੇ ਵਿੱਚ ਕਿਸ ਤਰੀਕੇ ਨਾਲ ਉਹ ਰਿਲੇਟਡ ਨੇ, ਉਸ ਚੀਜ਼ ਨੂੰ ਆਪਾਂ ਰਿਲੇਸ਼ਨ ਬੋਲਦੇ ਆ। ਪੁਰਾਣੀਆਂ ਡੈਫੀਨੇਸ਼ਨਾਂ ਨੇ, ਤੁਸੀਂ ਨੋਟ ਕਰ ਦੇਣੀਆਂ ਨੇ। ਮੈਂ ਤਾਂ ਇੱਧਰ ਵੱਧਦਾ ਕਿ ਪਹਿਲੀ ਗੱਲ ਤਾਂ 5 ਡਿਵਾਈਡਸ ਕਰਦਾ ਹੀ ਆ ਨਾ ਜ਼ੀਰੋ ਨੂੰ ਹਰੇਕ ਨੰਬਰ ਡਿਵਾਈਡ ਕਰਦਾ ਹੁੰਦਾ। ਜ਼ੀਰੋ ਦੇ ਨੀਚੇ ਕੋਈ ਵੀ ਨੰਬਰ ਰੱਖ ਲਓ ਨਾਨ ਜ਼ੀਰੋ ਤੋਂ ਬਿਨਾ, ਜ਼ੀਰੋ ਤੋਂ ਬਿਨਾ ਕੋਈ ਵੀ ਨਾਨ ਜ਼ੀਰੋ ਨੰਬਰ ਰੱਖ ਲਓ, ਉਹ ਜ਼ੀਰੋ ਹੀ ਆ ਜਾਂਦਾ। ਇਹਦਾ ਮਤਲਬ ਸਾਰੇ ਨੰਬਰ ਹੀ ਜ਼ੀਰੋ ਨੂੰ ਡਿਵਾਈਡ ਕਰਦੇ ਨੇ। 5 ਵੀ ਨੋ ਦੈਟ, ਪਹਿਲਾਂ ਇੱਥੇ ਲਿਖਾਂਗੇ ਵੀ ਨੋ ਦੈਟ 5 ਡਿਵਾਈਡਸ ਜ਼ੀਰੋ। ਹੁਣ ਜ਼ੀਰੋ ਦੀ ਜਗ੍ਹਾ ਤੇ ਕੀ ਲਿਖ ਲੈਂਦੇ ਆ, A ਮਾਈਨਸ A ਲਿਖ ਲੈਂਦੇ ਆ। ਇਹਦਾ ਮਤਲਬ 5 ਡਿਵਾਈਡ ਕਰ ਰਿਹਾ ਸੈਕੰਡ ਮਾਈਨਸ ਫਸਟ ਐਲੀਮੈਂਟ ਨੂੰ, ਤਾਂ ਫਸਟ ਐਲੀਮੈਂਟ ਕਿਹੜਾ ਹੋ ਗਿਆ A, ਸੈਕੰਡ ਐਲੀਮੈਂਟ ਕਿਹੜਾ ਹੋ ਗਿਆ A ਦਾ A ਨਾਲ ਰਿਲੇਸ਼ਨ ਹੈ। ਹਰੇਕ A ਦਾ A ਦੇ ਨਾਲ ਰਿਲੇਸ਼ਨ ਹੈ। ਇਹਦਾ ਮਤਲਬ ਇਹ ਰਿਲੇਸ਼ਨ ਕੀ ਹੋ ਗਿਆ, ਰਿਫਲੈਕਸਿਵ ਹੋ ਗਿਆ। ਹੁਣ ਆਪਾਂ ਲੈਟ ਕਰ ਲੈਂਦੇ ਆ ਕਿ AB ਦਾ ਰਿਲੇਸ਼ਨ ਹੈਗਾ R ਦੇ ਵਿੱਚ। ਇਹਦਾ ਮਤਲਬ 5 ਡਿਵਾਈਡ ਕਰਦਾ AB ਨੂੰ, 5 ਡਿਵਾਈਡ ਕਰ ਰਿਹਾ AB ਨੂੰ। ਆਲਸੋ 5 ਡਿਵਾਈਡਸ ਕਰੂਗਾ B ਮਾਈਨਸ A ਨੂੰ ਵੀ, ਕਿਉਂਕਿ B ਮਾਈਨਸ A ਕੀ ਹੋ ਗਿਆ, ਨੈਗੇਟਿਵ ਆਫ A ਮਾਈਨਸ B ਹੋ ਗਿਆ। ਜੇ 5 25 ਨੂੰ ਡਿਵਾਈਡ ਕਰ ਰਿਹਾ ਤਾਂ 5 ਮਾਈਨਸ 25 ਨੂੰ ਵੀ ਡਿਵਾਈਡ ਕਰੂਗਾ। ਮਾਈਨਸ ਨਾਲ ਮਲਟੀਪਲਾਈ ਕਰਨ ਤੋਂ ਬਾਅਦ ਡਿਵਿਜ਼ਿਬਿਲਿਟੀ ਰਿਲੇਸ਼ਨ ਡਿਸਟਰਬ ਨਹੀਂ ਹੁੰਦੀ। ਜੇ x ਡਿਵਾਈਡ ਕਰ ਰਿਹਾ ਸਮਥਿੰਗ ਨੂੰ, ਇਹਦੇ ਲਈ ਅਲੱਗ ਰਿਲੇਸ਼ਨ ਆ ਕਿ ਜੇ x ਡਿਵਾਈਡ ਕਰ ਰਿਹਾ ਸਮਥਿੰਗ ਨੂੰ, ਦੈਨ ਆਲਸੋ x ਡਿਵਾਈਡ ਕਰੇਗਾ ਮਾਈਨਸ ਆਫ ਦੈਟ ਸਮਥਿੰਗ ਨੂੰ ਵੀ, ਉਹਦੇ ਨੈਗੇਟਿਵ ਨੂੰ ਵੀ ਡਿਵਾਈਡ ਕਰੂਗਾ, ਠੀਕ ਹੈ। ਸੋ ਜੇ 5 A ਮਾਈਨਸ B ਨੂੰ ਡਿਵਾਈਡ ਕਰਦਾ ਤਾਂ 5 ਮਾਈਨਸ ਦੇ A ਮਾਈਨਸ B ਨੂੰ ਵੀ ਡਿਵਾਈਡ ਕਰੂਗਾ। ਹੁਣ ਇਹਦੀ ਬ੍ਰੈਕਟ ਚੇਂਜ ਕਰ ਲਓ, ਇਹ B ਮਾਈਨਸ A ਹੋ ਗਿਆ, ਠੀਕ ਹੈ। 5 ਡਿਵਾਈਡ ਕਰ ਰਿਹਾ B ਮਾਈਨਸ A ਨੂੰ, ਜੇ 5 ਡਿਵਾਈਡ ਕਰ ਰਿਹਾ B ਮਾਈਨਸ A ਨੂੰ ਤਾਂ ਸੈਕੰਡ ਐਲੀਮੈਂਟ ਫਸਟ ਮਾਈਨਸ ਸੈਕੰਡ ਹੋ ਗਿਆ, ਸੈਕੰਡ ਐਲੀਮੈਂਟ ਫਸਟ ਮਾਈਨਸ ਸੈਕੰਡ ਐਲੀਮੈਂਟ ਆ ਗਿਆ, ਫਸਟ ਮਾਈਨਸ ਸੈਕੰਡ ਆ, ਸੌਰੀ, ਠੀਕ ਹੈ। ਇੱਥੇ ਨਾ B ਮਾਈਨਸ A ਆਊਗਾ,
5 ਪਹਿਲਾਂ ਤਾਂ ए बी ਮੰਨ ਲਿਆ ਆ ਦੇਖੋ ਧਿਆਨ ਨਾਲ ਕਿ ए बी ਬਿਲੋਂਗ ਕਰ ਰਿਹਾ R ਨੂੰ ਇਹਦਾ ਮਤਲਬ A ਦਾ B ਨਾਲ ਰਿਲੇਸ਼ਨ ਆ 5 ਕਿਹਨੂੰ ਡਿਵਾਈਡ ਕਰ ਰਿਹਾ B ਮਾਈਨਸ A ਨੂੰ ਸੈਕੰਡ ਐਲੀਮੈਂਟ ਕਿਹੜਾ ਹੋ ਗਿਆ B ਹੋ ਗਿਆ ਮਾਈਨਸ ਫਸਟ ਐਲੀਮੈਂਟ ਕਿਹੜਾ ਹੋ ਗਿਆ A ਹੋ ਗਿਆ ਇਹਦਾ ਮਤਲਬ B ਮਾਈਨਸ A ਕਿਹਦਾ ਮਲਟੀਪਲ ਆ 5 ਦਾ ਮਲਟੀਪਲ ਹੈ ਇਹਦਾ ਮਤਲਬ ਇੱਥੇ ਮੈਨੂੰ ਦੁਬਾਰਾ ਦੱਸਣਾ ਪਊਗਾ 5 ਡਿਵਾਈਡ ਕਰ ਰਿਹਾ B ਮਾਈਨਸ A ਨੂੰ ਤਾਂ ਮਾਈਨਸ ਦੇ A ਮਾਈਨਸ B ਸੌਰੀ ਆ ਚੀਜ਼ ਹੋ ਗਈ ਕਿ ਜੇ 5 ਡਿਵਾਈਡ ਕਰ ਰਿਹਾ B ਮਾਈਨਸ A ਨੂੰ ਤਾਂ 5 ਆਲਸੋ ਡਿਵਾਈਡ ਕਰੂਗਾ A ਮਾਈਨਸ B ਨੂੰ ਵੀ ਕਿਉਂਕਿ ਉਹਦਾ ਨੈਗੇਟਿਵ ਹੀ ਹੋ ਗਿਆ ਤਾਂ ਹੁਣ ਜਦੋਂ ਇੱਥੇ A ਮਾਈਨਸ B ਆਇਆ ਤਾਂ ਸੈਕੰਡ ਐਲੀਮੈਂਟ ਕਿਹੜਾ ਹੋ ਗਿਆ A ਅਤੇ ਫਸਟ ਐਲੀਮੈਂਟ ਕਿਹੜਾ ਹੋ ਗਿਆ B ਆ ਚੀਜ਼ ਐਵੇਂ ਸਮਝ ਲਓ ਧਿਆਨ ਨਾਲ ਦੁਬਾਰਾ ਤੋਂ ਸਮਝ ਲਓ 5 AB ਦਾ ਰਿਲੇਸ਼ਨ ਹੈਗਾ ਆ ਇਹਦਾ ਮਤਲਬ 5 ਡਿਵਾਈਡ ਕਰ ਰਿਹਾ B ਮਾਈਨਸ A ਨੂੰ ਸੈਕੰਡ ਐਲੀਮੈਂਟ ਕਿਹੜਾ B ਆ ਫਸਟ ਐਲੀਮੈਂਟ ਕਿਹੜਾ A ਆ ਜੇ 5 ਡਿਵਾਈਡ ਕਰ ਰਿਹਾ B ਮਾਈਨਸ A ਨੂੰ ਤਾਂ 5 ਡਿਵਾਈਡ ਕਰੂਗਾ A ਮਾਈਨਸ B ਨੂੰ ਵੀ ਕਿਉਂਕਿ A ਮਾਈਨਸ B ਕੀ ਹੈ ਇਹਦਾ ਹੀ ਨੈਗੇਟਿਵ ਹੈ ਤਾਂ ਇੱਥੇ ਕੀ ਆ ਗਿਆ A ਮਾਈਨਸ B ਆ ਗਿਆ ਤਾਂ 5 ਕਿਹਨੂੰ ਡਿਵਾਈਡ ਕਰਦਾ A ਮਾਈਨਸ B ਨੂੰ ਤਾਂ ਹੁਣ ਇੱਥੇ ਸੈਕੰਡ ਐਲੀਮੈਂਟ ਕਿਹੜਾ ਹੋ ਗਿਆ A ਫਸਟ ਐਲੀਮੈਂਟ ਕਿਹੜਾ ਹੋ ਗਿਆ B ਤਾਂ B ਦਾ ਰਿਲੇਸ਼ਨ ਆ ਲੈ ਕੇ ਚੱਲੇ ਸੀ AB ਆ ਗਿਆ BA ਉਹਦਾ ਉਲਟ ਰਿਲੇਸ਼ਨ ਆ ਗਿਆ ਇਹਦਾ ਮਤਲਬ ਇਹ ਕਿਹੜਾ ਹੋ ਗਿਆ ਸਿਮੈਟ੍ਰਿਕ ਰਿਲੇਸ਼ਨ ਹੋ ਗਿਆ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਟ੍ਰਾਂਸਟਿਵ ਰਿਲੇਸ਼ਨ ਦੀ ਲੈਟ ਕਰਦੇ ਹਾਂ AB ਦਾ ਰਿਲੇਸ਼ਨ ਅਤੇ BC ਦਾ ਰਿਲੇਸ਼ਨ ਹੈਗਾ ਆ ਜੇ AB ਦਾ ਰਿਲੇਸ਼ਨ ਆ ਇੱਥੇ ਫੇਰ ਇਹ ਗਲਤ ਲਿਖ ਗਿਆ ਬਹੁਤ ਗਲਤ ਚੱਲ ਰਿਹਾ ਸਟੇਟਮੈਂਟ 'ਚ ਦੇਖੋ ਕੀ ਦਿੱਤਾ ਹੋਇਆ ਸੀ ਸਟੇਟਮੈਂਟ 'ਚ ਇਹ ਕਿਹਾ ਗਿਆ ਸੀ ਵੀ AB ਦਾ ਰਿਲੇਸ਼ਨ ਤਾਂ ਆ ਜੇ B ਮਾਈਨਸ A ਆ ਸੈਕੰਡ ਮਾਈਨਸ ਪਹਿਲਾ ਆ ਐਵੇਂ ਸਮਝ ਲਓ ਫੇਰ ਜ਼ਿਆਦਾ ਹੀ ਗੱਲ ਕਲੀਅਰ ਹੋਊਗੀ ਕਿ 1 2 ਦਾ ਰਿਲੇਸ਼ਨ ਤਾਂ ਹੋਊਗਾ ਜੇ 2 ਮਾਈਨਸ 1 ਹੈ ਇਜ਼ ਡਿਵੀਜ਼ੀਬਲ ਬਾਈ 5 ਕਿ ਜੇ 2 ਮਾਈਨਸ 1 ਨੂੰ 5 ਤੇ ਡਿਵਾਈਡ ਹੋ ਸਕਦਾ ਆ ਤਾਂ ਰਿਲੇਸ਼ਨ ਆ ਹੁਣ ਇੱਥੇ ਵੀ ਇਹ ਗਲਤ ਲਿਖ ਰਿਹਾ ਇੱਥੇ ਪ੍ਰਿੰਟਿੰਗ ਵਾਲਿਆਂ ਦੀ ਮਿਸਟੇਕ ਕੀਤੀ ਹੋਈ ਆ AB ਦਾ ਰਿਲੇਸ਼ਨ ਆ ਤਾਂ ਆਪਣੇ ਕੋਲੇ ਕੀ ਆਊਗਾ B ਮਾਈਨਸ A ਆਊਗਾ ਉਵੇਂ ਹੀ BC ਦਾ ਰਿਲੇਸ਼ਨ ਆ ਤਾਂ ਇੱਥੇ ਕੀ ਆਊਗਾ C ਮਾਈਨਸ B ਆਊਗਾ ਇਹ ਦੋਨੇ ਕਿਹਦੇ ਦੁਆਰਾ ਡਿਵਾਈਡ ਹੁੰਦੇ ਨੇ 5 ਦੇ ਇਹ ਪਹਿਲੀ ਇਕੁਏਸ਼ਨ ਹੋ ਗਈ ਆ ਦੂਜੀ ਇਕੁਏਸ਼ਨ ਹੋ ਗਈ ਐਡ ਕਰ ਦੋ ਤਾਂ 5 ਕਿਹਨੂੰ ਡਿਵਾਈਡ ਕਰੂਗਾ B ਮਾਈਨਸ A ਪਲੱਸ C ਮਾਈਨਸ B B ਨਾਲ B ਕੱਟ ਗਿਆ ਤਾਂ ਇਹਦਾ ਮਤਲਬ 5 ਕਿਹਨੂੰ ਡਿਵਾਈਡ ਕਰਦਾ C ਮਾਈਨਸ A ਨੂੰ ਤਾਂ ਇੱਥੇ ਸੈਕੰਡ ਐਲੀਮੈਂਟ ਕਿਹੜਾ ਆ ਗਿਆ C ਆ ਗਿਆ ਫਸਟ ਐਲੀਮੈਂਟ ਕਿਹੜਾ ਆ ਗਿਆ A ਆ ਗਿਆ ਇਹਦਾ ਮਤਲਬ AC ਦਾ ਰਿਲੇਸ਼ਨ ਕਿਹਦੇ ਚ ਹੋਲਡ ਕਰਦਾ R ਦੇ ਵਿੱਚ ਲੈ ਕੇ ਚੱਲੇ ਸੀ AB ਅਤੇ BC ਇਹਨਾਂ ਦੀ ਲਿੰਕ ਜੀ ਜੁੜ ਗਈ ਕੜੀ ਜੀ ਜੁੜ ਗਈ ਤਾਂ ਇਹਦਾ ਮਤਲਬ A ਦਾ ਰਿਲੇਸ਼ਨ C ਨਾਲ ਆ ਗਿਆ ਤਾਂ ਯੈਸ ਇਹ ਕੀ ਆ ਟ੍ਰਾਂਸਟਿਵ ਹੈ ਇਹੀ ਤੁਸੀਂ ਸ਼ੋਅ ਕਰਨਾ ਸੀਗਾ ਕਿ ਉਹ ਰਿਲੇਸ਼ਨ ਆ ਜਿਹੜਾ ਉਹ ਇਕੁਇਵਲੈਂਸ ਰਿਲੇਸ਼ਨ ਆ ਕੁਝ ਕੁ ਮਿਸਟੇਕਸ ਹੁੰਦੀਆਂ ਨੇ ਪ੍ਰਿੰਟਿੰਗ ਮਿਸਟੇਕਸ ਕਹਿ ਲਓ ਠੀਕ ਹੈ ਐਵਰੀਥਿੰਗ ਇਜ਼ ਨਾਟ ਪਰਫੈਕਟ ਆਪਾਂ ਨੇ ਉਹਨੂੰ ਪਰਫੈਕਟ ਬਣਾਉਣਾ ਠੀਕ ਹੈ ਥੋੜੀਆਂ ਬਹੁਤੀਆਂ ਮਿਸਟੇਕ ਹੁੰਦੀਆਂ ਨੇ ਝੱਲ ਲਿਆ ਕਰੋ ਆਪਣੇ ਆਪ ਕਲੀਅਰ ਕਰ ਲਿਆ ਕਰੋ ਵੀ ਇਹਦੇ ਬਾਰੇ ਕੀ ਕਿਹਾ ਗਿਆ ਸੋ ਇਹਦੇ ਨਾਲ ਦੀਆਂ ਐਗਜ਼ਾਮਪਲਸ ਆਪਾਂ ਨੇ ਪ੍ਰੀਵੀਅਸ ਲੈਕਚਰ ਦੇ ਵਿੱਚ ਕੀਤੀਆਂ ਸੀ ਇਹ ਤਾਂ ਵੈਸੇ ਹੀ ਮੇਰੇ ਨਿਗਾਹ 'ਚ ਆ ਗਈ ਮੈਨੂੰ ਲੱਗਿਆ ਮੈਂ ਕਰਵਾ ਦਾਂ ਤਾਂ ਕਰਵਾਤੀ ਮੈਂ ਇਹ ਹੁਣ ਇਸ 5 ਦੀ ਜਗ੍ਹਾ ਤੇ 2 ਵੀ ਕਈ ਵਾਰ ਆਇਆ ਹੋਇਆ ਕਿ 2 ਡਿਵਾਈਡ ਕਰਦਾ M ਵਾਲਾ ਪੇਪਰਾਂ 'ਚ ਕਈ ਵਾਰੀ ਆਇਆ ਹੋਇਆ ਵੀ M ਡਿਵਾਈਡ ਕਰਦਾ B ਮਾਈਨਸ A ਨੂੰ ਤਾਂ ਸਾਰੇ ਕਿਤੇ 5 ਦੀ ਜਗ੍ਹਾ ਤੇ ਤੁਸੀਂ M ਰੱਖ ਲੈਣਾ ਇਹ ਇੰਪੋਰਟੈਂਟ ਐਗਜ਼ਾਮਪਲ ਆ ਛੋਟੀ ਐਗਜ਼ਾਮਪਲ ਆ ਕਈ ਵਾਰੀ ਪੇਪਰਾਂ 'ਚ ਆਈ ਹੋਈ ਹੈ इक्विवेलेंस क्लास वाले क्वेश्चन नेगे काफी नेगे सारे तुसी कर सकते हो ग्राफिकली रिप्रेजेंट करने वाले आ गए डायग्राफ आ गया ये फर्स्ट एक्सरसाइज का अच्छा हाँ ये आ काम बहुत इंपॉर्टेंट है भी अपने कोलों एग्जाम्पल दो
ਜਿਹੜਾ ਰਿਲੇਸ਼ਨ ਰਿਫਲੈਕਸਿਵ ਹੋਵੇ ਬਟ ਨਾ ਤਾਂ ਸਿਮੈਟ੍ਰਿਕ ਹੋਵੇ ਨਾ ਟ੍ਰਾਂਸਟਿਵ ਹੋਵੇ। ਲੈਟ ਕਰ ਲੈਂਦੇ ਆ R on A, A ਦੇ ਵਿੱਚ ਕੀ ਆ 1 2 3 ਹੈ, ਤਾਂ देयरफॉर R ਦੇ ਵਿੱਚ ਕੀ ਰੱਖੀਏ? ਪਹਿਲੀ ਗੱਲ ਤਾਂ ਰਿਫਲੈਕਸਿਵ ਚਾਹੀਦਾ ਤਾਂ 1 1 ਵੀ ਰੱਖਣਾ ਪਊਗਾ, 2 2 ਵੀ ਰੱਖਣਾ ਪਊਗਾ, 3 3 ਵੀ ਰੱਖਣਾ ਪਊਗਾ, ਸਾਰਿਆਂ ਦਾ ਸੇਮ ਨਾਲ ਰੱਖਣਾ ਪਊ। ਹੁਣ ਇਹ ਸਿਮੈਟ੍ਰਿਕ ਨਹੀਂ ਚਾਹੀਦਾ, ਇਹਦਾ ਮਤਲਬ 1 2 ਰੱਖ ਲਓ, ਉਹਦਾ ਆਪੋਜ਼ਿਟ ਨਾ ਰੱਖਿਓ, ਕਿਉਂਕਿ ਜੇ ਤੁਸੀਂ 1 2 ਦੇ ਨਾਲ ਹੀ ਉਹਦਾ ਆਪੋਜ਼ਿਟ ਲਿਖਤਾ 2 1 ਲਿਖਤਾ ਤਾਂ ਸਿਮੈਟ੍ਰਿਕ ਆ ਜਾਊਗਾ। ਆਪਾਂ ਨੂੰ ਸਿਮੈਟ੍ਰਿਕ ਨਹੀਂ ਚਾਹੀਦਾ ਤਾਂ ਆਪਾਂ 1 2 ਦਾ ਆਪੋਜ਼ਿਟ ਨਹੀਂ ਲਿਖਦੇ। ਹੁਣ ਆਪਾਂ ਨੂੰ ਨॉर ਟ੍ਰਾਂਸਟਿਵ ਕਿਹਾ ਹੋਇਆ ਸੀ ਇਹਨੇ, ਨਾ ਹੀ ਟ੍ਰਾਂਸਟਿਵ ਚਾਹੀਦਾ, ਤਾਂ ਟ੍ਰਾਂਸਟਿਵ ਦੇ ਲਈ ਆਪਾਂ 1 2 ਰੱਖ ਕੇ 2 3 ਰੱਖ ਲੈਂਦੇ ਆ। ਆਪਾਂ 1 2 ਰੱਖ ਲਿਆ, 2 3 ਰੱਖ ਲਿਆ, 1 3 ਨਹੀਂ ਲਿਖਦੇ, ਕਿਉਂਕਿ ਜੇ 1 2 2 3 ਦੇ ਨਾਲ ਹੀ 1 3 ਲਿਖਤਾ ਤਾਂ ਟ੍ਰਾਂਸਟਿਵ ਆ ਜਾਏਗਾ। ਜੇ ਟ੍ਰਾਂਸਟਿਵ ਚਾਹੀਦਾ ਹੁੰਦਾ ਤਾਂ ਇੱਥੇ 1 3 ਵੀ ਲਿਖ ਲੈਂਦੇ, 1 2 2 3 ਅਤੇ 1 3 ਵੀ ਲਿਖ ਲੈਂਦੇ। ਜੇ 1 3 ਨਾਲ ਲਾ ਦਾਂਗੇ ਫਿਰ ਟ੍ਰਾਂਸਟਿਵ ਆ ਜਾਊਗਾ, ਜੇ 1 3 ਨਹੀਂ ਲਿਖਦੇ ਤਾਂ ਟ੍ਰਾਂਸਟਿਵ ਨਹੀਂ ਆਉਂਦਾ। ਸਿਮੈਟ੍ਰਿਕ ਦੀ ਗੱਲ, ਜੇ 1 2 ਚ ਰੱਖ ਲਿਆ ਤਾਂ ਇਹਦਾ ਆਪੋਜ਼ਿਟ 2 1 ਨਾ ਰੱਖੋ, 2 3 ਰੱਖ ਲਿਆ ਤਾਂ ਇਹਦਾ ਆਪੋਜ਼ਿਟ 3 2 ਨਾ ਰੱਖੋ, ਕਿਉਂਕਿ ਜੇ 3 2 ਅਤੇ 1 2 ਦਾ ਆਪੋਜ਼ਿਟ 2 1 ਰੱਖ ਲਿਆ ਫਿਰ ਸਿਮੈਟ੍ਰਿਕ ਆ ਜਾਊਗਾ। ਇਹਦੇ ਨਾਲ ਦੀਆਂ ਬਹੁਤ ਵਾਰੀ ਪੇਪਰਾਂ 'ਚ ਐਗਜ਼ਾਮਪਲਾਂ ਆਈਆਂ ਹੋਈਆਂ ਨੇ ਵੀ ਆਪਣੇ ਕੋਲੋਂ ਐਗਜ਼ਾਮਪਲ ਦਿਓ, ਆਹ ਚੀਜ਼ ਹੋਵੇ ਆਹ ਚੀਜ਼ ਨਾ ਹੋਵੇ। ਇਹ ਸੌਖੇ ਢੰਗ ਨਾਲ ਤੁਸੀਂ ਕਰ ਸਕਦੇ ਹੋ, ਸ਼ਰਤੀ ਇਹਦੀ ਆਪਣੇ ਆਪ ਐਗਜ਼ਾਮਪਲ ਦੇਣੀ ਆ ਤਾਂ ਤੁਸੀਂ ਰਿਲੇਸ਼ਨ ਮੰਨ ਲਓ ਕਿਹਦੇ ਤੇ ਆ 1 2 3 ਤੇ ਆ, ਜਿਹੜੇ ਰਿਲੇਸ਼ਨ ਚਾਹੀਦੇ ਨੇ ਉਹ ਲਿਖ ਲਓ, ਜਿਹੜੇ ਨਹੀਂ ਚਾਹੀਦੇ ਉਹ ਕੱਟ ਕਰ ਦਿਓ, ਬਸ ਸੌਖਾ ਕੰਮ ਆ। ਇੱਕ ਰਿਲੇਸ਼ਨ ਜਿਹਦੇ ਵਿੱਚ, ਲਓ ਮੈਂ ਇੱਕ ਰਿਲੇਸ਼ਨ ਦੀ ਗੱਲ ਕਰ ਰਿਹਾ, ਜਿਹਦੇ ਵਿੱਚ ਸਿਰਫ ਸੇਮ ਐਲੀਮੈਂਟ ਲਿਖ ਲੇ, ਇਹ ਸਾਰਾ ਕੁਝ ਹੀ ਹੁੰਦਾ। ਇਹ ਰਿਫਲੈਕਸਿਵ ਵੀ ਹੈ ਕਿਉਂਕਿ 1 1 ਆ, 2 2 ਆ, 3 3 ਆ, ਰਿਫਲੈਕਸਿਵ ਵੀ ਹੈਗਾ ਆ। ਇਹ ਸਿਮੈਟ੍ਰਿਕ ਵੀ ਆ ਕਿਉਂਕਿ ਇਹ 1 1 ਇਹਦਾ ਆਪੋਜ਼ਿਟ 1 1 ਇੱਥੇ ਪਿਆ, ਇਹ 2 2 ਇਹਦਾ ਆਪੋਜ਼ਿਟ 2 2 ਇੱਥੇ ਪਿਆ, ਇਹ 3 3 ਇਹਦਾ ਆਪੋਜ਼ਿਟ 3 3 ਇੱਥੇ ਪਿਆ। ਸਿਮੈਟ੍ਰਿਕ ਵੀ ਆ। ਇਹ ਐਂਟੀ ਸਿਮੈਟ੍ਰਿਕ ਵੀ ਹੈ ਕਿਉਂਕਿ 1 1 ਆ, ਇਹਦਾ ਆਪੋਜ਼ਿਟ 1 1 ਵੀ ਇੱਥੇ ਆ, ਪਹਿਲਾ ਦੂਜੇ ਦੇ ਬਰਾਬਰ ਵੀ ਆ। ਤੁਹਾਨੂੰ ਐਂਟੀ ਸਿਮੈਟ੍ਰਿਕ ਦੇ ਲਈ ਮੈਂ ਕੀ ਦੱਸਿਆ ਸੀ ਵੀ ਐਂਟੀ ਸਿਮੈਟ੍ਰਿਕ ਕਦੋਂ ਹੁੰਦਾ? ਡੈਫੀਨੇਸ਼ਨ ਇਹ ਕਹਿੰਦੀ ਹੈ ਜੇ ਪਹਿਲੇ ਦਾ ਦੂਜੇ ਨਾਲ ਰਿਲੇਸ਼ਨ ਆ, ਦੂਜੇ ਦਾ ਪਹਿਲੇ ਨਾਲ ਰਿਲੇਸ਼ਨ ਆ, ਆਪੋਜ਼ਿਟ ਰਿਲੇਸ਼ਨ ਵੀ ਹੈਗਾ, ਅਤੇ ਪਹਿਲਾ ਦੂਜੇ ਦੇ ਬਰਾਬਰ ਵੀ ਆ, ਦੋਨੇ ਐਲੀਮੈਂਟ ਬਰਾਬਰ ਨੇ, ਤਾਂ ਐਂਟੀ ਸਿਮੈਟ੍ਰਿਕ ਆਊਗਾ। ਜੇ ਆਪਾਂ ਉਲਟ ਰੱਖੀਏ ਹੀ ਨਾ, ਆਪਾਂ ਕਿਸੇ ਦਾ ਆਪੋਜ਼ਿਟ ਨਹੀਂ ਲਿਖਦੇ, ਫਿਰ ਉਹ ਆਪਣੇ ਆਪ ਹੀ ਐਂਟੀ ਸਿਮੈਟ੍ਰਿਕ ਹੈ। ਇਹ ਟ੍ਰਾਂਸਟਿਵ ਵੀ ਹੈਗਾ, 1 1 ਇੱਥੇ ਆ, 1 1 ਇੱਥੇ ਆ, ਪਹਿਲਾ ਤੇ ਤੀਜਾ 1 1 ਵੀ ਇੱਥੇ ਆ। ਸੋ ਜਦੋਂ ਸਿਰਫ ਸੇਮ ਐਲੀਮੈਂਟ ਲਿਖ ਲੇ, ਇਹ ਸਾਰੀਆਂ ਪ੍ਰੋਪਰਟੀਜ਼ ਨੂੰ ਯੈਸ ਕਰਦਾ। ਇਹ ਰਿਫਲੈਕਸਿਵ ਵੀ ਆ, ਸਿਮੈਟ੍ਰਿਕ ਵੀ ਆ, ਐਂਟੀ ਸਿਮੈਟ੍ਰਿਕ ਵੀ ਆ, ਟ੍ਰਾਂਸਟਿਵ ਵੀ ਆ, ਇਹ ਇਕੁਇਵਲੈਂਸ ਵੀ ਆ, ਇਹ ਪਾਰਸ਼ਲ ਆਰਡਰ ਸੈੱਟ ਵੀ ਆ। ਜਦੋਂ ਸਾਰਾ ਕੁਝ ਯੈਸ ਚਾਹੀਦਾ ਤੁਸੀਂ ਸੇਮ ਐਲੀਮੈਂਟ ਲੈ ਲਓ, ਕਿਸੇ ਵੀ ਐਗਜ਼ਾਮਪਲ ਨਾਲ ਫਿੱਟ ਕਰ ਲਓ। ਕਹਿੰਦਾ ਜੀ ਆਪਣੇ ਕੋਲ ਐਗਜ਼ਾਮਪਲ ਦਿਓ ਜਿਹੜੀ ਰਿਫਲੈਕਸਿਵ ਹੋਵੇ, ਟ੍ਰਾਂਸਟਿਵ ਹੋਵੇ ਬਟ ਸਿਮੈਟ੍ਰਿਕ ਨਾ ਹੋਵੇ। ਹੁਣ ਰਿਫਲੈਕਸਿਵ ਵੀ ਹੋਵੇ, ਰਿਫਲੈਕਸਿਵ ਸੇਮ ਲਿਖਤੀ, ਟ੍ਰਾਂਸਟਿਵ ਵੀ ਹੋਵੇ 1 2 2 3 ਅਤੇ 1 3 ਲਿਖਤਾ ਮੈਂ। ਦੇਖੋ ਧਿਆਨ ਨਾਲ ਕੀ ਕੀਤਾ, 1 1 2 2 3 3 ਰੱਖ ਲਏ ਤਾਂ ਇਹ ਰਿਫਲੈਕਸਿਵ ਆ ਗਿਆ। 1 2 2 3 ਪਹਿਲਾ ਤੇ ਤੀਜਾ 1 3 ਲਿਖਤਾ, ਇਹਦੀ ਵਜ੍ਹਾ ਕਾਰਨ ਇਹ ਟ੍ਰਾਂਸਟਿਵ ਵੀ ਆ ਗਿਆ। ਆਪਾਂ ਸਿਮੈਟ੍ਰਿਕ ਨਹੀਂ ਚਾਹੀਦਾ ਬਟ ਨਾਟ ਸਿਮੈਟ੍ਰਿਕ, ਸਿਮੈਟ੍ਰਿਕ ਨਹੀਂ ਚਾਹੀਦਾ ਆ 1 2 ਦਾ ਆਪੋਜ਼ਿਟ ਨਹੀਂ ਲਿਖਦੇ, ਆ 2 3 ਦਾ ਆਪੋਜ਼ਿਟ ਨਹੀਂ ਲਿਖਦੇ, ਆ 1 3 ਦਾ ਆਪੋਜ਼ਿਟ ਨਹੀਂ ਲਿਖਦੇ, ਇਹ ਟ੍ਰਾਂਸਟਿਵ ਸਿਮੈਟ੍ਰਿਕ ਨਹੀਂ ਆਇਆ। ਸੋ ਬਹੁਤ ਸੌਖੀਆਂ ਜਿਹੀਆਂ ਐਗਜ਼ਾਮਪਲ ਨੇ ਇਹ ਸਾਰੀਆਂ ਕਵਰ ਅਪ ਕਰ ਲਿਓ, ਸਾਰੀਆਂ। ਪੇਪਰ 'ਚ ਇਹੋ ਜਿਹੀ ਚੀਜ਼ ਕਈ ਵਾਰੀ ਕਨਫਿਊਜ਼ ਕਰ ਦਿੰਦੀ ਆ, ਸੋ ਇਹ ਸੌਖੀਆਂ ਐਗਜ਼ਾਮਪਲ ਨੇ, ਇਹ ਵੀ ਕਵਰ ਅਪ ਕਰ ਲਿਓ। ਉਹ ਤੋਂ ਬਾਅਦ ਆ ਗਈ ਐਡਜੈਸੈਂਸੀ ਮੈਟ੍ਰਿਕਸ ਜਾਂ ਮੈਟ੍ਰਿਕਸ ਰਿਪਰੈਜ਼ੈਂਟੇਸ਼ਨ। ਬੁੱਕਸ ਬੰਦ ਕਰ ਦਿਓ, ਆਪਣੀਆਂ ਬੁੱਕਸ ਬੰਦ ਕਰ ਦਿਓ, ਧਿਆਨ ਤੁਹਾਡਾ ਸਿਰਫ ਬੋਰਡ ਤੇ ਹੋਵੇ। ਮੈਟ੍ਰਿਕਸ ਰਿਪਰੈਜ਼ੈਂਟੇਸ਼ਨ ਆਫ ਰਿਲੇਸ਼ਨ, ਜਦੋਂ ਕਿਸੇ ਦੋ ਐਲੀਮੈਂਟ ਦਾ ਰਿਲੇਸ਼ਨ ਆ ਤਾਂ ਜਿੱਥੇ ਰਿਲੇਸ਼ਨ ਹੋਲਡ ਕਰਦਾ ਉੱਥੇ 1 ਲਿਖ ਦਾਂਗੇ, ਜਿੱਥੇ ਰਿਲੇਸ਼ਨ ਨਹੀਂ ਹੈਗਾ ਉੱਥੇ ਕੀ ਲਿਖ ਦਾਂਗੇ 0। ਮੈਂ ਤੁਹਾਨੂੰ ਐਗਜ਼ਾਮਪਲ ਚੋਂ ਦੱਸ ਦਿੰਦਾ। ਮਲਟੀਪਲੀਕੇਸ਼ਨ ਆਫ ਬੂਲੀਅਨ ਮੈਟ੍ਰਿਸਸ, ਇਹ ਵੀ ਐਗਜ਼ਾਮਪਲ 'ਚ ਹੀ ਆ ਜਾਊਗੀ।
ਕੰਪੋਜੀਸ਼ਨ ਆਫ ਮੈਟ੍ਰਿਸਿਸ ਇਹ ਵੀ ਐਗਜ਼ਾਮਪਲ ਚੋਂ ਹੀ ਆ ਜਾਊਗੀ। ਲਓ ਜੀ ਆਹ ਦੇਖੋ ਐਗਜ਼ਾਮਪਲ, ਕਹਿੰਦਾ ਜੀ ਆਰ ਕੋਈ ਰਿਲੇਸ਼ਨ ਆ ਏ ਸੈੱਟ ਤੇ, ਏ ਸੈੱਟ ਦੇ ਐਲੀਮੈਂਟ 1 2 3 4 5 ਨੇ, ਤੋਂ A ਤੋਂ B ਵੱਲ ਨੂੰ ਰਿਲੇਸ਼ਨ ਆ 1 2 3 4 1 4 5। ਰਾਈਟ ਡਾਊਨ ਇਹਦੀ ਐਡਜੈਸੈਂਸੀ ਮੈਟ੍ਰਿਕਸ। ਪਹਿਲਾਂ ਤਾਂ ਆਪਾਂ ਰਿਲੇਸ਼ਨ ਲਿਖੀਏ, ਇਕੱਲੇ ਲੈਸ ਦੈਨ ਦਾ ਰਿਲੇਸ਼ਨ ਆ, ਸਟ੍ਰਿਕਟਲੀ ਲੈਸ ਦੈਨ ਦਾ, ਕਿ x ਅਤੇ y ਦਾ ਰਿਲੇਸ਼ਨ ਹੈ। x ਪਹਿਲੇ ਸੈੱਟ ਦਾ ਐਲੀਮੈਂਟ ਆ, y ਦੂਜੇ ਸੈੱਟ ਦਾ ਐਲੀਮੈਂਟ ਆ, ਆਹ ਰਿਲੇਸ਼ਨ ਹੋ ਗਿਆ x ਸਟ੍ਰਿਕਟਲੀ ਲੈਸ ਦੈਨ y। ਆ 1 ਦੇ ਨਾਲ 1 ਨਹੀਂ ਆਉਣਾ ਇਕੱਲਾ, ਕਿਉਂਕਿ ਉਹ ਤਾਂ ਲੈਸ ਦੈਨ ਇਕੁਅਲ ਟੂ ਹੋ ਜਾਊਗਾ। 1 ਦੇ ਨਾਲ ਕੀ ਆ ਜਾਊਗਾ 4 5 ਆ ਜਾਊਗਾ, 1 4 1 5। 2 ਦੇ ਨਾਲ 4 5 ਆ ਜਾਊਗਾ, 2 4 2 5। 3 ਦੇ ਨਾਲ 3 4 4 5 ਆ ਜਾਊਗਾ, 3 4 3 5। 4 ਦੇ ਨਾਲ 4 ਨਹੀਂ ਆਉਣਾ, 4 ਦੇ ਨਾਲ ਇਕੱਲਾ 5 ਆ ਜਾਊਗਾ, 4 5। 5 ਦੇ ਨਾਲ ਕੋਈ ਨਹੀਂ ਆਉਣਾ, 5 1 ਵੀ ਨਹੀਂ ਆਉਣਾ, 5 4 ਵੀ ਨਹੀਂ ਆਉਣਾ, 5 5 ਵੀ ਨਹੀਂ ਆਉਣਾ, ਕਿਉਂਕਿ ਉਹ ਤਾਂ ਇਕੁਅਲ ਟੂ ਵਾਲਾ ਰਿਲੇਸ਼ਨ ਹੋ ਗਿਆ। ਸੋ ਰਿਲੇਸ਼ਨ ਪਤਾ ਕਰ ਲਿਆ ਆਪਾਂ ਨੇ। ਹੁਣ ਰਿਲੇਸ਼ਨ ਦੀ ਐਡਜੈਸੈਂਸੀ ਮੈਟ੍ਰਿਕਸ ਹਮੇਸ਼ਾ ਇੱਧਰ ਨੂੰ ਡੋਮੇਨ ਲਿਖਣੀ ਆ, ਇੱਧਰ ਨੂੰ ਕੀ ਲਿਖਣੀ ਆ ਰੇਂਜ। ਡੋਮੇਨ ਕੀ ਆ 1 2 3 4 5। ਸੋ ਆਪਾਂ ਡੋਮੇਨ ਦੇ ਵਿੱਚ ਕੀ ਲਿਖਾਂਗੇ 1 2 3 4 5। ਰੇਂਜ ਕੀ ਆ B ਆ, ਇੱਧਰੋਂ ਕੀ ਆ ਜੂ 1 4 5। ਤਾਂ ਮੈਟ੍ਰਿਕਸ ਰਿਪਰੈਜ਼ੈਂਟੇਸ਼ਨ ਇਹਦੀ ਕਿੰਨੀ ਆ ਗਈ 1 ਦਾ, ਦੁਬਾਰਾ ਲਿਖ ਲੈਣਾ ਮੈਂ 1 2 3 4 5 1 4 ਅਤੇ 5। 1 ਦਾ ਆਪਣੇ ਆਪ ਨਾਲ ਰਿਲੇਸ਼ਨ ਨਹੀਂ ਸੀ, 4 5 ਦਾ ਸੀ। 2 ਦਾ 1 ਨਾਲ ਨਹੀਂ ਹੈਗਾ, 2 ਦਾ 4 5 ਨਾਲ। 3 ਦਾ 1 ਨਾਲ ਨਹੀਂ ਹੈਗਾ, 3 ਦਾ 4 5 ਨਾਲ। 4 ਦਾ 1 ਨਾਲ ਨਹੀਂ ਹੈਗਾ, 4 ਦਾ 4 ਨਾਲ ਨਹੀਂ ਹੈਗਾ, 4 ਦਾ ਇਕੱਲਾ 5 ਨਾਲ ਆ। 5 ਦਾ ਕਿਸੇ ਨਾਲ ਵੀ ਰਿਲੇਸ਼ਨ ਨਹੀਂ ਆ ਗਿਆ। ਇਹ ਮੈਟ੍ਰਿਕਸ ਰਿਪਰੈਜ਼ੈਂਟੇਸ਼ਨ ਹੋ ਗਈ ਕਿਸੇ ਰਿਲੇਸ਼ਨ ਦੀ, ਐਡਜੈਸੈਂਸੀ ਮੈਟ੍ਰਿਕਸ ਕਹਿ ਦਿੰਦੇ ਆ ਆਫ ਰਿਲੇਸ਼ਨ। ਇੱਧਰ ਨੂੰ ਡੋਮੇਨ, ਇੱਧਰ ਨੂੰ ਰੇਂਜ। ਜਦੇ ਜਿਹੜੇ ਦੋ ਐਲੀਮੈਂਟਸ ਦੇ ਵਿਚਕਾਰ ਰਿਲੇਸ਼ਨ ਹੈਗਾ ਉੱਥੇ 1 ਪਾ ਦਿਓ, ਜਿਨ੍ਹਾਂ ਦੋ ਦੇ ਵਿਚਕਾਰ ਰਿਲੇਸ਼ਨ ਨਹੀਂ ਹੈਗਾ ਉੱਥੇ ਕੀ ਆ ਜੂਗੀ 0। ਮੈਟ੍ਰਿਕਸ ਰਿਪਰੈਜ਼ੈਂਟੇਸ਼ਨ ਆ ਗਈ। ਹੁਣ ਮੈਂ ਤੁਹਾਨੂੰ ਕੰਪੋਜੀਸ਼ਨ ਸਿਖਾ ਰਿਹਾ। A ਸੈੱਟ ਦਿੱਤਾ ਹੋਇਆ, B ਸੈੱਟ ਦਿੱਤਾ ਹੋਇਆ, C ਸੈੱਟ ਦਿੱਤਾ ਹੋਇਆ। ਜਿਹੜਾ R ਹੈ ਉਹ ਕਿਹਦੇ ਤੋਂ ਕਿਹਦੇ ਤੱਕ ਆ A ਤੋਂ B ਵੱਲ ਨੂੰ ਆ। R ਰਿਲੇਸ਼ਨ ਹੈਗਾ A ਤੋਂ B ਵੱਲ ਨੂੰ। S ਜਿਹੜਾ ਰਿਲੇਸ਼ਨ ਆ ਉਹ ਕਿੱਧਰੋਂ ਆ B ਤੋਂ C ਵੱਲ ਨੂੰ। B ਤੋਂ C ਵੱਲ ਨੂੰ ਹੈਗਾ ਰਿਲੇਸ਼ਨ S। ਜਿਹੜਾ R ਰਿਲੇਸ਼ਨ ਆ ਇਹ ਰਿਲੇਸ਼ਨ ਡਿਵਾਈਡਸ ਦਾ ਆ, ਵੀ ਪਹਿਲਾ ਐਲੀਮੈਂਟ ਡਿਵਾਈਡ ਕਰ ਦੇਣਾ ਚਾਹੀਦਾ ਦੂਜੇ ਨੂੰ। ਜਿਹੜਾ S ਰਿਲੇਸ਼ਨ ਆ ਇਹਦੇ ਵਿੱਚ BC ਹੈ, ਇਹਦਾ ਮਤਲਬ ਪਹਿਲਾ ਐਲੀਮੈਂਟ ਲੈਸ ਦੈਨ ਇਕੁਅਲ ਟੂ ਹੋਣਾ ਚਾਹੀਦਾ ਦੂਸਰੇ ਨਾਲੋਂ। ਪਹਿਲਾਂ ਤਾਂ ਦੋਨਾਂ ਦੇ ਰਿਲੇਸ਼ਨ ਪਤਾ ਕਰ ਲੈਂਦੇ ਆ। ਡਿਵਾਈਡਸ ਦਾ ਰਿਲੇਸ਼ਨ 2 ਕਿਹਨੂੰ ਕੋਈ ਡਿਵਾਈਡ ਕਰਦਾ, 4 ਨੂੰ ਵੀ, 6 ਨੂੰ ਵੀ, 16 ਨੂੰ ਵੀ। ਤਾਂ 2 4 2 6 2 16 ਆ ਗਈ। 3 ਕਿਹਨੂੰ ਡਿਵਾਈਡ ਕਰੂਗਾ, 3 ਇਕੱਲੇ 6 ਨੂੰ ਡਿਵਾਈਡ ਕਰਦਾ ਤਾਂ 3 6 ਆ ਗਿਆ। 8 ਕਿਹਨੂੰ ਡਿਵਾਈਡ ਕਰਦਾ, 8 ਨਾ 4 ਨੂੰ ਕਰਦਾ ਨਾ 6 ਨੂੰ ਕਰਦਾ, ਇਕੱਲਾ 16 ਨੂੰ ਡਿਵਾਈਡ ਕਰਦਾ। ਇਹਦਾ ਹੋ ਗਿਆ R ਮੈਟ੍ਰਿਕਸ। R ਦੀ ਰਿਲੇਸ਼ਨ ਫਾਰਮ, ਲਿਸਟਿੰਗ ਫਾਰਮ, ਇਹਨੂੰ ਲਿਸਟਿੰਗ ਫਾਰਮ ਕਹਿ ਲਓ, ਇਨੂਮਰੇਸ਼ਨ ਫਾਰਮ ਕਹਿ ਲਓ। S ਦੀ ਗੱਲ ਕਰੀਏ, ਪਹਿਲਾ ਐਲੀਮੈਂਟ ਦੂਜੇ ਤੋਂ ਲੈਸ ਦੈਨ ਇਕੁਅਲ ਟੂ ਹੋਣਾ ਚਾਹੀਦਾ। 4 4 4 ਆ ਜਾਊਗਾ, 4 5 ਆ ਜਾਊ, 4 7 ਆ ਜਾਊ, 4 4 4 5 4 7। 6 ਦੇ ਨਾਲ ਇਕੱਲਾ 6 7 ਆਊਗਾ। 16 ਦੇ ਨਾਲ ਕੋਈ ਵੀ ਨਹੀਂ ਆਉਣਾ, ਕਿਉਂਕਿ 16 ਉੱਧਰ ਕਿਸ ਤੋਂ ਲੈਸ ਦੈਨ ਇਕੁਅਲ ਟੂ ਹੈ ਹੀ ਨਹੀਂ। ਤਾਂ ਇਹ S ਰਿਲੇਸ਼ਨ ਆ ਗਿਆ। ਹੁਣ ਆਪਾਂ ਕਰਦੇ ਹਾਂ ਕੰਪੋਜੀਸ਼ਨ। ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਨੇ ਕੰਪੋਜੀਸ਼ਨ ਵੀ ਪੜ੍ਹੀ ਸੀਗੀ, ਬੈਕ ਤੋਂ ਰੀਡ ਹੋਊਗੀ। ਹੈਗਾ ਇਹ S ਕੰਪੋਜੀਸ਼ਨ R, ਪਰ ਪਹਿਲਾਂ R ਦੇ ਐਲੀਮੈਂਟ ਦੇਖੋ, ਬਾਅਦ ਚ S ਚ ਜਾਇਓ। 2 4 4 4 ਤਾਂ 2 4 ਆ ਜਾਊਗਾ, 2 4 4 5 ਤਾਂ 2 5 ਆ ਜਾਊਗਾ। ਫਿਰ 2 4 4 7 ਤਾਂ 2 7 ਆ ਜਾਊਗਾ। 2 4 4 ਤੋਂ ਕੋਈ ਸ਼ੁਰੂ ਨਹੀਂ ਹੁੰਦਾ, ਇਹ ਖਤਮ ਹੋ ਗਿਆ। 2 6 ਇਧਰੋਂ 6 ਤੋਂ ਕੋਈ 6 7 ਹੁੰਦਾ, 2 6 6 7 ਤਾਂ 2 7 2 7 ਆਲਰੇਡੀ ਆ ਗਿਆ, ਇਹਦੀ ਵੀ ਗੱਲ ਖਤਮ ਹੋ ਗਈ। 2 16 ਇਧਰ 16 ਤੋਂ ਕੋਈ ਆ ਹੀ ਨਹੀਂ ਰਿਹਾ, ਤਾਂ ਇਹਦੀ ਟਰਨ ਹੀ ਨਹੀਂ ਆਉਣੀ। ਇਧਰ 3 6 ਆ, ਇਧਰ 6 7 ਆ ਤਾਂ 3 7 ਆ ਜਾਊਗਾ, ਇਹ ਵੀ ਹੋ ਗਿਆ। ਇਧਰ 8 16 ਆ, 16 ਤੋਂ ਕੋਈ ਸ਼ੁਰੂ ਹੀ ਨਹੀਂ ਹੁੰਦਾ, ਇਹਦੀ ਵਾਰੀ ਨਹੀਂ ਆਈ। ਤਾਂ ਇਹ ਕਿਹੜੀ ਕੰਪੋਜੀਸ਼ਨ ਆ ਗਈ, S ਕੰਪੋਜੀਸ਼ਨ R। ਹੁਣ S ਕੰਪੋਜੀਸ਼ਨ R ਜਦੋਂ ਤੁਸੀਂ ਪਤਾ ਕਰ ਲਿਆ,
एस कंपोजिशन आर दी मैट्रिक्स रिप्रजेंटेशन कड्डो। जिहड़ा आर रिलेशन सीगा ये सीगा ए तो बी वल नूं, जिहड़ा एस रिलेशन सी ये सीगा बी तो सी वल नूं, एक रिलेशन ए तो सी वल आ गया। आर ये आऊगा एस कंपोजिशन आर, तुहानूं दस्सिया जाऊ ये बैक तो रीड हुंदा। पहला आर दे एलीमेंट लिखे गए ए तो बी, फिर एस दे एलीमेंट आ गए बी तो सी, सो एस कंपोजिशन आर आ गया ए तो सी। ਇਹਦਾ मतलब इधर ਨੂੰ ਕੀ ਆ ਜਾਊਗਾ ए सैट आऊगा, ए ਦੇ एलीमेंट ਸੀਗੇ 2 3 5 ਤੇ 8, इधर ਨੂੰ सैट ਕਿਹੜਾ ਆਊਗਾ C ਆਊਗਾ, C ਦੇ एलीमेंट ਸੀਗੇ 1 4 5 ਤੇ 7। ਤਾਂ ਆ ਸੀਗਾ ਆਪਣੇ ਕੋਲੇ S ਕੰਪੋਜੀਸ਼ਨ R। S ਕੰਪੋਜੀਸ਼ਨ R ਦੇ ਵਿੱਚੋਂ ਤੁਸੀਂ ਦੇਖ ਲਓ 2 ਦਾ 4 ਨਾਲ ਰਿਲੇਸ਼ਨ ਹੈ ਤਾਂ 2 4 ਇੱਥੇ ਆ ਗਿਆ, 2 5 ਆ ਤਾਂ ਇੱਥੇ 1 ਲੱਗ ਗਿਆ, 2 7 ਆ ਤਾਂ ਇੱਥੇ 1 ਲੱਗ ਗਿਆ, फिर 3 7 है कला तो 3 के सामने 7 के नीचे होर किसी का रिलेशन ही नहीं है, बाकी सारिया थावां ते 0 आ गई। इत्थे तुहानूं रिलेशन बनाउणा भी मैं दसता भी देख के रिलेशन किवें रीड करना है। तुहानूं रिलेशन की कंपोजिशन भी दसती, जिहड़े प्रीवियस लैक्चर दे विच आपां ने काम कीता सी। रिलेशन की मैट्रिक्स फॉर्म भी तुहानूं दसती किवें आउंदी हुंदी है। इत्थे आपां पहलां तां आर दी मैट्रिक्स बनाई, एस दी मैट्रिक्स बनाई, मैट्रिसिस दी कंपोजिशन करांगे जदों आपां, या मैट्रिक्स दी मल्टीप्लाई करांगे। मल्टीप्लाई करके जे 1 + 1 आ रहा तो उहनूं 1 ही लिखांगे, 1 + 1 + 1 आ रहा तां भी 1 ही आऊगा, क्योंकि इहदे एलीमेंट्स जां 0 ने या 1 ने। तां आर दी मैट्रिक्स नूं अगे लिखिया, आर दी मैट्रिक्स नूं अगे लिखिया, एस दी मैट्रिक्स नूं पिछे लिखिया, तो मैट्रिक्स आ जाऊगी एस कंपोजिशन आर दी। ये भी बैक तो ही रीड हुंदा, पहला आर दी मैट्रिक्स फिर एस दी मैट्रिक्स, एक की मैट्रिक्स आ गई एस कंपोजिशन आर दी। इत्थे तुहानूं मैट्रिक्स दी मल्टीप्लाई करनी भी आऊगी, ठीक है। ये बी एक्सरसाइज का मेन काम है। लो जी, इस तो बाद चलते आपां सी एक्सरसाइज वालों। आही कम मैट्रिक्स रिप्रजेंटेशन नेगियां, तुसी मैट्रिक्स नूं देख के दसना भी ये रिफ्लैक्सिव है, सिमेट्रिक है, ट्रांसटिव है या ना। आ भी मैट्रिक्स रिप्रजेंटेशन होगी, डोमेन और रेंज दसनी आ, कोई खास औखा काम नहीं है, तुसी कर सकते हो। उस तो बाद आ गया क्लोजर। पहला तो मैं क्लोजर बारे दसा की आ, कोई सैट किसी खास प्रॉपर्टी नूं सैटिस्फाई नहीं कर रहा। क्यों नहीं कर रहा? क्योंकि उहदे कोले कुछ एलीमेंट्स की एबसेंस है। मान लो जिमें आर ऑन ए दिता होया, ए दे विच किहड़े-किहड़े एलीमेंट ने 1 2 3 ने। आर रिलेशन की है 1 1 2 2 है अते 1 2 है 2 3 है। की यह रिफ्लैक्सिव हैगा? की यह रिफ्लैक्सिव हैगा? नहीं, क्योंकि 3 3 नहीं हैगा। देयरफॉर रिफ्लैक्सिव क्लोजर ऑफ आर की आ जाऊगा, रिफ्लैक्सिव क्लोजर आ जाऊगा 1 1 2 2 3 3 1 2 2 3। और आपां ने कोई नहीं छेड़िया, जिहदी एबसेंस सी उहनूं लै आंदा। क्लोजर का मतलब की हो गया कि कोई सैट कुछ किसी खास प्रॉपर्टी नूं सैटिस्फाई नहीं कर रहा, क्योंकि उहदे कोले कुछ एलीमेंट्स की एबसेंस है। इफ वी ऐड दैट रिक्वायर्ड एलीमेंट्स, इफ वी ऐड दैट रिक्वायर्ड एलीमेंट्स, नाउ रिलेशन सैटिस्फाइज प्रॉपर्टी, then it is called its closure। कोई रिलेशन किसी खास प्रॉपर्टी नूं सैटिस्फाई नहीं कर रहा, क्योंकि उहदे कोले कुछ एलीमेंट है नहीं गे। जे आपां जिहड़े एलीमेंट नहीं है उन्हां नूं लै आईए तो यह उहदा क्लोजर बन जाऊगा, ठीक है। रिफ्लैक्सिव क्लोजर कदों बनूगा? जदों रिफ्लैक्सिव नहीं सी, रिफ्लैक्सिव बनाउण दे लई जिहड़ियां जिहड़ियां चीज़ां दी लोड़ आ ओह भर लो। जे मैं कहा सिमेट्रिक क्लोजर, सिमेट्रिक क्लोजर की आऊगा? इहदे विच 1 1 सीगा, ਇਹਦੇ ਵਿੱਚ 2 2 ਸੀ, 1 2 ਹੈਗਾ ਸੀ ਪਰ ਇਹਦਾ ਆਪੋजिट नहीं ਸੀਗਾ,
ਤਾਂ 1 2 ਦਾ ਆਪੋਜ਼ਿਟ ਆਪਾਂ 2 1 ਲੈ ਆਂਦਾ। ਇਹਦੇ ਵਿੱਚ 1 2 3 ਸੀਗਾ ਤਾਂ ਇਹਦਾ ਆਪੋਜ਼ਿਟ ਆਪਾਂ ਨੇ 3 2 ਲੈ ਆਂਦਾ। ਜਿਹੜੇ ਜਿਹੜੇ ਐਲੀਮੈਂਟ ਇਹਦੇ ਵਿੱਚ ਹੈ ਨਹੀਂ ਸੀ ਉਹ ਰੱਖ ਲਓ। ਜਦੋਂ ਉਹਨਾਂ ਨੂੰ ਰੱਖ ਲਾਂਗੇ ਤਾਂ ਹੁਣ ਇਹ ਉਹ ਖਾਸ ਵਾਲੀ ਪ੍ਰੋਪਰਟੀ ਸੈਟੀਸਫਾਈ ਕਰਨ ਲੱਗ ਜਾਊਗਾ। ਸੋ ਪਹਿਲਾਂ ਤਾਂ ਕਲੋਜ਼ਰ ਦੀ ਸਿੰਪਲ ਜੀ ਡੈਫੀਨੇਸ਼ਨ ਹੋ ਗਈ ਕਿ ਇਫ ਰਿਲੇਸ਼ਨ R does not satisfy any particular property because of absence of some elements. Now after addition that required elements R satisfies this property. So this is called closure of relation R. ਜਿਹੜੇ ਜਿਹੜੇ ਐਲੀਮੈਂਟਸ ਦੀ ਅਣਹੋਂਦ ਹੈ ਉਹਨਾਂ ਨੂੰ ਲੈ आओ। ਹੁਣ R ਤੁਹਾਡਾ ਉਹ ਖਾਸ प्रॉपर्टी सेटिस्फाई करने लग जाएगा तो अब इसको ओरिजिनल रिलेशन का क्लोजर बोल देंगे। अगर हमने रिफ्लेक्सिव प्रॉपर्टी सेटिस्फाई करवाई है तो रिफ्लेक्सिव क्लोजर बोला जाएगा। अगर हमने सिमेट्रिक प्रॉपर्टी सेटिस्फाई करवाई है तो ये उसका सिमेट्रिक क्लोजर बन जाएगा। ऐसे ही क्लोजर की डेफिनेशन है। आ छोटी जी एग्जाम्पल है आर हैगा ਉਹਦਾ ਇਨਵਰਸਲ है, वो दोनों की यूनियन कर दो, रिफ्लैक्सिव क्लोजर आ जू, सिमेट्रिक क्लोजर आ जाऊगा। उस तो बाद आ गई गलबात ट्रांसटिव क्लोजर की। ट्रांसटिव क्लोजर दे विच की है, पहला तो ए रिलेशन दिता होया 1 2 3 4, आर रिलेशन देता, आर दी मैट्रिक्स बना ली, एम आर कह लो या एम कह लो, मैट्रिक्स रिप्रजेंटेशन ऑफ आर। ਇਹਦੇ ਵਿੱਚ 1 2 3 4 एलिमेंट ਸੀਗੇ, इधर भी 1 2 3 4 लिख लैंने आ। 1 का 2 नाल तो 1 का 2 नाल लिख लिया रिलेशन, बाकी सारिया थावां ते 0। 2 का 3 नाल, 2 का 1 नाल तो 2 का 1 नाल, 2 का 3 नाल, बाकी दोनों थावां ते 0। 3 का कल्ले 4 नाल तो 3 के सामने 4 के नीचे 1 लगा लिया, 4 का किसी नाल भी नहीं हैगा तो 4 के नाल सारियां 0 आ गई। ये किहड़ी आ गई? मैट्रिक्स रिप्रजेंटेशन ऑफ आर आ गई। हुण उस तो बाद आपां नूं की चाहिदा? ट्रांसटिव क्लोजर। A has 4 एलिमेंट्स, A दे कोले 4 एलिमेंट सीगे तो देयरफॉर ट्रांसटिव क्लोजर ऑफ R की होगा? M प्लस M स्क्वायर प्लस M क्यूब प्लस M दी पावर 4। जिन्ने एलीमेंट ने ए दे विच उन्नियां M दियां पावरां कढ लो, पहलां तां उन्हां सारियां नूं ऐड कर दो तो तुहाडा ट्रांसटिव क्लोजर आ जाएगा। M हो गया, M स्क्वायर किवें आऊगा? M नूं M नाल मल्टीप्लाई करके M स्क्वायर आ गया। M क्यूब किवें आऊगा? M स्क्वायर नूं अगे लिख लो, M नूं पिछे लिख लो, इन्हां दी मल्टीप्लाई कर लो। M दी पावर 4 किवें आऊगा? M दी पावर 4 आऊगा जदों आपां M क्यूब नूं अगे लिख के M नाल मल्टीप्लाई करांगे तो M दी पावर 4 आ गया। हुण ट्रांसटिव क्लोजर नूं आपां की बोलांगे? M दा प्लस। M दी पावर प्लस कितनी आ गई? M स्क्वायर M क्यूब ते M दी पावर 4 दा प्लस। सारियां नूं ऐड कर दो। ऐड करने वेले तुहानूं मैं दस्सिया सी कि 1 + 1 तां भी 1 है, 1 + 1 + 1 तां भी 1 है, 1 भावें 4 बारी ऐड हो जाए तां भी 1 ही होगा। तो लास्ट ते आके इहदे विच की सी 1 2 3 4 सीगा, इधर नूं भी 1 2 3 4 सीगा। जिहदे नाल रिलेशन है उत्थे उत्थे 1 पा दो, जिहदे नाल रिलेशन नहीं हैगा उत्थे 0 पा दो। 1 दा सारियां नाल ही रिलेशन है तो 1 1 1 2 1 3 1 4 आ गया। 2 दा सारियां नाल रिलेशन है तो 2 1 2 2 2 3 2 4 आ गया। 3 का कल्ले 4 नाल तो 3 4 आ गया, बाकी सारियां थावां ते 0 है। ये तुहाडा ट्रांसटिव क्लोजर हो गया। इहदे नाल ही अपनी तीजी एक्सरसाइज होगी। एक हुंदी आ हास्य डायग्राम या ऑर्डरिंग। हास्य डायग्राम वैसे आपां ग्राफ थ्योरी दे विच लैटिस एंड बूलियन अलजेब्रा च पढ़ांगे, हले मैं बहुती डिटेल दे विच नहीं दसदा। डायग्राफ भी यही चीज़ ही है कि जिहड़े जिहड़े एलीमेंट का जिहदे नाल रिलेशन आ उहनूं उहदे नाल एरो पा के मिला दो। ग्राफ थ्योरी दे विच आपां इह काम डिटेल च करके आए। कोई एग्जाम्पल कवर करवाउणा मैं तुहानूं, एग्जाम्पल जो ज़्यादा क्लीयर हो जाऊगा। जिवें इत्थे इहने पुछया होया हास्य डायग्राम तैयार करो
ਇਨਕਲੂਜਨ ਪ੍ਰਿੰਸੀਪਲ ਦੀ। ਇਹ ਕੀ ਆ? ਇਨਕਲੂਜਨ ਪ੍ਰਿੰਸੀਪਲ ਆ, ਠੀਕ ਹੈ। ਇਹਦੀ ਹਾਸੇ ਡਾਇਗਰਾਮ ਤਿਆਰ ਕਰਨੀ ਆ ਤਾਂ ਪਹਿਲਾਂ ਇਹਦਾ ਪਾਵਰ ਸੈਟ ਪਤਾ ਕਰ ਲਓ। 5 ਸਿੰਗਲਟਨ ਐਲੀਮੈਂਟਸ, ਫਿਰ 2 ਦੇ ਵਾਲੇ ਆ ਗਏ, ਫਿਰ 3 ਵਾਲਾ ਆ ਗਿਆ। ਹੁਣ ਇਹਦੀ ਜਦੋਂ ਹਾਸੇ ਡਾਇਗਰਾਮ ਤਿਆਰ ਕਰਾਂਗੇ ਸਭ ਤੋਂ ਬੇਸ ਤੇ ਕੀ ਆਊਗਾ? ਸਭ ਤੋਂ ਛੋਟਾ ਐਲੀਮੈਂਟ 5, ਸਭ ਤੋਂ ਛੋਟਾ ਐਲੀਮੈਂਟ ਕੀ ਆਊਗਾ? 5। ਫਿਰ ਸਿੰਗਲਟਨ ਐਲੀਮੈਂਟਸ ਆ ਜਾਣਗੇ A, B ਅਤੇ C। ਉਹ ਤੋਂ ਬਾਅਦ 2 ਦੀ ਯੂਨੀਅਨ ਆ ਜਾਊਗੀ, ਜਿਵੇਂ A ਤੇ B ਦੀ ਯੂਨੀਅਨ ਕਰਾਂਗੇ ਤਾਂ ਕੀ ਆ ਜਾਊਗਾ? AB, ਇਹਨਾਂ ਦੋਨੋਂ ਨਾਲ ਮਿਲ ਜਾਊਗਾ। A ਤੇ B ਤੇ C ਦੀ, ਪਹਿਲਾਂ ਤਾਂ A ਤੇ C ਦੀ ਯੂਨੀਅਨ ਕਰਾਂਗੇ ਤਾਂ ਕੀ ਆ ਜਾਊਗਾ? AC, ਇਹਨੂੰ ਇਹਨਾਂ ਦੋਨਾਂ ਨਾਲ ਮਿਲਾ ਦਾਂਗੇ। B ਅਤੇ C ਦੀ ਯੂਨੀਅਨ ਕਰਾਂਗੇ ਤਾਂ ਕੀ ਆ ਜਾਊਗਾ? BC। ਹੁਣ AB ਅਤੇ AC ਦੀ ਯੂਨੀਅਨ ਕਰਾਂਗੇ ਤਾਂ ਕੀ ਆਊਗਾ? ABC। ਜਦੋਂ AB ਅਤੇ AC ਦੀ ਯੂਨੀਅਨ ਕਰਾਂਗੇ, ਇਹ ਰਿਪੀਟ ਹੋ ਰਿਹਾ A, B ਅਤੇ C। ਫਿਰ AC ਅਤੇ BC ਦੀ ਯੂਨੀਅਨ ਕਰਾਂਗੇ, A, B ਅਤੇ C ਹੋਏ ਆ ਗਿਆ। ਤਾਂ ਸਭ ਤੋਂ ਛੋਟਾ ਐਲੀਮੈਂਟ 5, ਉੱਪਰ ਸਭ ਤੋਂ ਟੌਪ ਤੇ ਐਲੀਮੈਂਟ, ਇਹਨਾਂ ਦੇ ਐਲੀਮੈਂਟ ਜਿੰਨੇ ਪਾਵਰ ਸੈਟ ਚ ਹੋਣਗੇ ਉਨੇ ਹੋਣਗੇ। 1 2 3 4 5 6 7 8, 1 2 3 4 5 6 7 8। ਇਹ ਹੋ ਗਈ ਇਹਦੀ ਹਾਸੇ ਡਾਇਗਰਾਮ। ਸਭ ਤੋਂ ਛੋਟਾ ਐਲੀਮੈਂਟ, ਫਿਰ ਯੂਨੀਅਨ ਕਰ ਕਰਕੇ ਉੱਪਰ ਵਧੀ ਜਾਣਾ। ਜਿਵੇਂ ਆਹ ਐਗਜ਼ਾਮਪਲ ਆ ਗਈ, ਆਰ ਰਿਲੇਸ਼ਨ ਦੇ ਵਿੱਚ ਕਿਹੜੇ ਕਿਹੜੇ ਐਲੀਮੈਂਟ ਲੈਣੇ ਆ ਜਿਨ੍ਹਾਂ ਦੋਨਾਂ ਦਾ ਡਿਫਰੈਂਸ ਕੀ ਆ? 1 ਦੇ ਬਰਾਬਰ ਹੈ। ਸੋ ਆਰ ਦੇ ਵਿੱਚ ਕਿਹੜੇ ਕਿਹੜੇ ਐਲੀਮੈਂਟ ਆ ਜਾਣਗੇ ਜਦੋਂ ਡਿਫਰੈਂਸ 1 ਦੇ ਬਰਾਬਰ ਆ? 1 ਦੇ ਨਾਲ 2 ਆ ਜਾਊਗਾ, 2 ਦੇ ਨਾਲ 1 ਆ ਜਾਊਗਾ, 2 ਨਾਲ 3 ਆ ਜਾਊਗਾ, 3 ਨਾਲ 2 ਆ ਜਾਊਗਾ, 3 ਨਾਲ 4 ਆ ਜਾਊਗਾ, 4 ਨਾਲ 3 ਆ ਜਾਊਗਾ। ਇਹ ਤਾਂ ਹੋ ਗਏ ਆਰ ਦੇ ਐਲੀਮੈਂਟਸ। ਉਸ ਤੋਂ ਬਾਅਦ ਇਹਨੇ ਐਸ ਕੀ ਲਿਖਿਆ ਹੋਇਆ? ਐਸ ਉਹ ਰਿਲੇਸ਼ਨ ਆ ਜਦੋਂ A - B ਕੀ ਆ? ਈਵਨ ਆ। 2 ਦੇ ਡਿਫਰੈਂਸ ਵਾਲੇ ਆ ਜਾਣਗੇ, 0 ਵਾਲੇ ਵੀ ਆ ਜਾਣਗੇ, ਕਿਉਂਕਿ 0 ਆਪਣੇ ਆਪ ਦੇ ਵਿੱਚ ਈਵਨ ਮੈਂਬਰਾਂ 'ਚ ਗਿਣੀ ਜਾਂਦੀ ਆ। ਸੋ ਪਹਿਲਾਂ ਤਾਂ ਆਪਾਂ ਆਰ ਦੀ ਗੱਲ ਕਰੀਏ, ਆਪਾਂ ਨੇ ਕੀ ਪਤਾ ਕਰਨਾ? ਆਰ ਤੇ ਐਸ ਦੀਆਂ ਮੈਟ੍ਰਿਕਸ ਕੱਢਣੀਆਂ ਨੇ, ਆਰ ਅਤੇ ਐਸ ਦੇ ਡਾਇਗਰਾਫ ਤਿਆਰ ਕਰਨੇ ਨੇ, ਇਹਨਾਂ ਦੋਨਾਂ ਦੀ ਮੈਟ੍ਰਿਕਸ ਤੋਂ ਇਹਨਾਂ ਦੋਨਾਂ ਦੀ ਕੰਪੋਜੀਸ਼ਨ ਕਰਨੀ ਆ, ਇਹ ਵੀ ਸ਼ੋਅ ਕਰਨਾ ਕਿ ਆਰ ਸਕੁਅਰ ਐਸ ਸਕੁਅਰ ਦੇ ਬਰਾਬਰ ਆ। ਸੋ ਇਹ ਐਗਜ਼ਾਮਪਲ ਟੌਪਿਕ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਆ, ਸਾਰਾ ਟੌਪਿਕ ਕਵਰ ਅਪ ਕਰਾਉਂਦੀ ਆ। ਰਿਲੇਸ਼ਨ ਕਿਵੇਂ ਬਣਦੇ ਨੇ, ਉਹਨਾਂ ਦੀਆਂ ਮੈਟ੍ਰਿਕਸ ਕਿਵੇਂ ਬਣਦੀਆਂ ਨੇ, ਉਹਨਾਂ ਦੇ ਡਾਇਗਰਾਫ ਕਿਵੇਂ ਬਣਦੇ ਨੇ, ਉਹਨਾਂ ਦੀਆਂ ਮੈਟ੍ਰਿਕਸ ਦੀ ਮਲਟੀਪਲਾਈ ਕਿਵੇਂ ਹੁੰਦੀ ਹੈ, ਉਹਨਾਂ ਦੀ ਕੰਪੋਜੀਸ਼ਨ ਕਿਵੇਂ ਹੁੰਦੀ ਹੈ, ਸਾਰਾ ਕੁਝ ਇਸ ਐਗਜ਼ਾਮਪਲ 'ਚ ਆ ਗਿਆ। ਪਹਿਲਾਂ ਤਾਂ ਆਪਾਂ ਨੇ ਆਰ ਰਿਲੇਸ਼ਨ ਬਣਾ ਲਿਆ, ਆਰ ਰਿਲੇਸ਼ਨ ਸੀ 1 2 3 4 ਲਿਖ ਕੇ ਆਰ ਦੀ ਮੈਟ੍ਰਿਕਸ ਪਤਾ ਕਰ ਲਈ। ਹੁਣ A - B ਈਵਨ ਚਾਹੀਦਾ ਤਾਂ 2 ਦੇ ਡਿਫਰੈਂਸ ਵਾਲੇ ਆ ਗਏ। 1 3 3 1 ਆ ਗਿਆ ਕਿਉਂਕਿ ਡਿਫਰੈਂਸ 2 ਆ, 2 4 2 2 ਆ ਗਿਆ ਕਿਉਂਕਿ ਡਿਫਰੈਂਸ 2 ਆ, 1 1 ਵੀ ਆ ਗਿਆ, 2 2 ਵੀ ਆ ਗਿਆ, 3 3 ਵੀ ਆ ਗਿਆ ਕਿਉਂਕਿ ਇਹਨਾਂ ਦੋਨੋਂ ਦਾ ਡਿਫਰੈਂਸ 0 ਆ, ਜੀਵਨ ਈਵਨ 'ਚ ਗਿਣੀ ਜਾਂਦੀ ਆ, 4 4 ਵੀ ਆ ਗਿਆ। ਸੋ ਇਹ ਹੋ ਗਈ ਐਸ ਦੀ ਮੈਟ੍ਰਿਕਸ। ਇੱਧਰ ਨੂੰ 1 2 3 4, ਇੱਧਰ ਨੂੰ 1 2 3 4, ਜਿੱਥੇ ਜਿੱਥੇ ਜਿਹੜੇ ਜਿਹੜੇ ਐਲੀਮੈਂਟ ਦਾ ਰਿਲੇਸ਼ਨ ਆ ਉੱਥੇ ਤੇ 1 ਲਗਾ ਦਿਓ, ਬਾਕੀ ਥਾਵਾਂ ਤੇ ਕੀ ਆ ਜਾਊਗਾ? 0। ਹੁਣ ਇਹਨਾਂ ਦੇ ਡਾਇਗਰਾਫ ਆ ਗਏ। ਹੁਣ ਡਾਇਗਰਾਫ ਦੇ ਵਿੱਚ ਪਹਿਲਾਂ ਤਾਂ ਤੁਸੀਂ ਆਰ ਦਾ ਰਿਲੇਸ਼ਨ ਦੇਖੋ। ਆਰ ਦਾ ਰਿਲੇਸ਼ਨ ਕੀ ਸੀਗਾ? ਮੈਂ ਇੱਥੇ ਲਿਖ ਲੈਣਾ, ਆਰ ਦੇ ਵਿੱਚ ਕਿਹੜੇ ਕਿਹੜੇ ਰਿਲੇਸ਼ਨ ਨੇ? 1 2 2 1 2 3 3 2 3 4 ਅਤੇ 4 3। ਇੱਕ ਥਾਂ ਤੇ 1 ਲਗਾ ਲਿਆ ਮੈਂ, ਇੱਕ ਥਾਂ ਤੇ 2 ਲਗਾ ਲਿਆ, ਇੱਕ ਥਾਂ ਤੇ 3 ਲਗਾ ਲਿਆ, ਇੱਕ ਥਾਂ ਤੇ 4 ਲਗਾ ਲਿਆ। ਸੋ ਇਹਨੂੰ ਆਰ ਨੂੰ ਡਰਾਅ ਕਰਨਾ। ਪਹਿਲਾਂ ਤਾਂ 1 ਦਾ 2 ਦੇ ਨਾਲ ਰਿਲੇਸ਼ਨ ਹੈ ਜੀ, ਐਰੋ ਲਾਤਾ ਮੈਂ। 2 ਦਾ 1 ਨਾਲ ਵੀ ਆ, ਇਧਰ ਨੂੰ ਵੀ ਐਰੋ ਲਾਤਾ। 2 ਦਾ 3 ਨਾਲ ਰਿਲੇਸ਼ਨ ਆ, ਇਧਰੋਂ ਐਰੋ ਲਾਤਾ। 3 ਦਾ 2 ਨਾਲ ਰਿਲੇਸ਼ਨ ਆ, ਇਧਰੋਂ ਵੀ ਐਰੋ ਲਾਤਾ। 3 ਦਾ 4 ਨਾਲ ਆ, ਇਧਰ ਨੂੰ ਐਰੋ ਲਗਾਤਾ ਮੈਂ। 4 ਦਾ 3 ਨਾਲ ਆ, ਮੈਂ ਇਧਰ ਨੂੰ ਵੀ ਐਰੋ ਲਗਾਤਾ। ਇਹ ਆਰ ਦਾ ਡਾਇਗਰਾਫ ਆ ਗਿਆ। ਗ੍ਰਾਫ ਥਿਊਰੀ 'ਚ ਵੀ ਆਪਾਂ ਇਹੋ ਜਿਹਾ ਕੰਮ ਕੀਤਾ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ 1 2 3 4 ਲਗਾ ਕੇ ਇਸੇ ਐਰੋ ਤੇ ਦੋਨਾਂ ਪਾਸੇ ਐਰੋ ਲਗਾਤੇ, ਇਸੇ ਐਜ ਤੇ ਵੀ ਇਹ ਇਧਰ ਨੂੰ ਵੀ ਜਾਂਦਾ ਹੈ, ਇਧਰ ਨੂੰ ਵੀ ਆਉਂਦਾ। ਵਧੀਆ ਤਰੀਕਾ ਆ ਲੱਗਿਆ ਮੈਨੂੰ। ਅਲੱਗ-ਅਲੱਗ ਐਰੋ ਲਾਓ, ਰਿਲੇਸ਼ਨ ਹੈਗਾ। ਉਸ ਤੋਂ ਬਾਅਦ ਐਸ ਦਾ ਡਾਇਗਰਾਫ ਆ ਗਿਆ। ਹੁਣ ਆਪਾਂ ਨੇ ਮਲਟੀਪਲਾਈ ਕਰਨੀ ਆ ਐਸ। ਆਰ ਕੰਪੋਜੀਸ਼ਨ